ਨਮਸਕਾਰ ਜੀ, ਸਤਿ ਸ਼੍ਰੀ ਅਕਾਲ। ਮੈਂ ਮਨੀਸ਼ ਸਟੱਡੀ ਵਰਡ ਤੋਂ। ਸਟੂਡੈਂਟਸ ਦੀ ਕਾਫੀਆਂ ਦੀ ਇਹ ਕੁਐਸਚਨਸ ਹੈਗੇ ਨੇ, ਕਾਫੀਆਂ ਨੂੰ ਸਾਨੇ ਕਿਹਾ ਵੀ ਹੈ ਵੀ ਜਿਹੜਾ ਵੀ ਇਸ ਟੌਪਿਕ 'ਤੇ ਵੀਡੀਓ ਬਣਾਓ ਵੀ ਜੋ ਡੈਫਰਮੈਂਟ ਹੈਗੀ ਹੈ, ਜਿਵੇਂ ਯੂਨੀਵਰਸਿਟੀਜ਼ ਡੈਫਰ ਕਰਦੀਆਂ ਅਤੇ ਇਹਦੇ ਵਿੱਚ ਵੀ ਕੀ ਪੁਆਇੰਟਸ ਹੈਗੇ ਨੇ, ਵੀ ਇਹਦੇ ਵਿੱਚ ਨੁਕਸਾਨ ਹੈ, ਫਾਇਦਾ ਹੈ, ਜਾਂ ਕੋਈ ਪ੍ਰੋਬਲਮ ਤਾਂ ਨਹੀਂ ਆਉਂਦੀ ਡੈਫਰਮੈਂਟ ਦੀ, ਜਾਂ ਫਿਰ ਕੀ ਕੀ ਸਟੈਪਸ ਹੁੰਦੇ ਨੇ ਇਹਦੇ 'ਚ ਡੈਫਰਮੈਂਟ ਦੇ। ਦੇਖੋ, ਡੈਫਰਮੈਂਟ ਕਿਉਂ ਹੁੰਦੀ ਹੈ? ਪਹਿਲੀ ਗੱਲ ਤਾਂ ਵੀ ਜਦੋਂ ਤੁਹਾਡੀ ਟਾਈਮ ਸਿਰ ਆਫਰ ਲੈਟਰ ਨਹੀਂ ਆਉਂਦੀ, ਜਾਂ ਟਾਈਮ ਸਿਰ ਤੁਹਾਡੀ COE ਨਹੀਂ ਆਉਂਦੀ, ਜਾਂ GT ਕਲੀਅਰ ਨਹੀਂ ਹੁੰਦੀ, ਜਾਂ ਤੁਹਾਡੀ ਕਲਾਸਾਂ ਜਿਹੜੀਆਂ ਹੈਗੀਆਂ ਉਹ ਬਹੁਤ ਨੇੜੇ ਹੈਗੀਆਂ ਸਟਾਰਟ ਹੋਣ ਤੋਂ, ਤਾਂ ਤੁਹਾਡੇ ਕੋਲ COE ਨਹੀਂ ਹੈਗੀ, ਤਾਂ ਤੁਹਾਡੇ ਫਾਈਲ ਨਹੀਂ ਲੱਗ ਪਾਈ। ਇਸ ਕਾਰਨ ਡੈਫਰਮੈਂਟ ਹੁੰਦੀ ਹੈ। ਹੁਣ ਇਹ ਕਿਉਂ ਹੁੰਦੀ ਹੈ? ਇਹ ਇਸ ਕਰਕੇ ਹੁੰਦੀ ਹੈ ਵੀ ਜਿਵੇਂ ਕਾਲਜ 'ਚ ਤੁਸੀਂ ਅਪਲਾਈ ਕਰਤਾ, ਯੂਨੀਵਰਸਿਟੀ ਅਪਲਾਈ ਕਰਤਾ, ਤੁਸੀਂ GT ਅਪਲਾਈ ਕਰਤਾ, ਉਹਨਾਂ ਨੇ GT ਦੇ ਟਾਈਮ ਲਗਾਇਆ, ਆਫਰ ਲੈਟਰ ਨੂੰ ਟਾਈਮ ਲਗਾਇਆ, ਜਾਂ ਡਾਕੂਮੈਂਟੇਸ਼ਨ ਮੰਗੀ ਗਏ ਜਿਹੜੇ ਤੁਹਾਨੂੰ ਤੁਸੀਂ ਪ੍ਰੋਵਾਈਡ ਕੀਤੇ, ਬਟ ਉਹਨਾਂ ਕੋਲ ਟਾਈਮ ਹੀ ਨਹੀਂ ਹੈਗਾ ਦੇਖਣ ਨੂੰ, ਕਿਉਂਕਿ ਨੰਬਰ ਆਫ ਐਪਲੀਕੇਸ਼ਨ ਬਹੁਤ ਜ਼ਿਆਦਾ ਹੁੰਦੀ ਹੈ ਕਈ ਯੂਨੀਵਰਸਿਟੀਜ਼ ਕੋਲੇ। ਅਤੇ ਉਹਦੇ ਵਿੱਚ ਕੀ ਹੁੰਦਾ ਵੀ ਯੂਨੀਵਰਸਿਟੀ ਜਿਹੜੀਆਂ ਹੈਗੀਆਂ ਉਹ ਟਾਈਮ ਲਗਾ ਦਿੰਦੀਆਂ, ਅਤੇ ਇਸ ਕਰਕੇ ਲਾਈਕ ਕਲਾਸਿਸ ਨੇੜੇ ਆ ਜਾਂਦੀਆਂ ਅਤੇ ਬੱਚੇ ਨੂੰ ਡੈਫਰ ਕਰਨਾ ਪੈਂਦਾ। ਹੁਣ ਡੈਫਰਮੈਂਟ ਦੇ ਨਾਲ ਕੀ ਨੁਕਸਾਨ ਹੈ ਅਤੇ ਕੀ ਫਾਇਦਾ, ਇਹ ਵੀ ਤੁਹਾਨੂੰ ਮੈਂ ਦੱਸੂੰਗਾ। ਦੇਖੋ, ਨੁਕਸਾਨ ਇਹ ਹੁੰਦਾ ਇਹਦੇ ਵਿੱਚ ਵੀ, ਠੀਕ ਹੈ, ਬੱਚੇ ਨੂੰ ਇੱਕ ਸਮੈਸਟਰ ਅੱਗੇ ਦਾ ਜ਼ਰੂਰ ਅੱਗੇ ਦੀ ਪੜ੍ਹਾਈ ਆਪਣੀ ਸ਼ਿਫਟ ਕਰਨੀ ਪੈਂਦੀ ਹੈ। ਹੁਣ ਕਈ ਯੂਨੀਵਰਸਿਟੀਆਂ ਇਸ ਕਰਕੇ ਵੀ ਕਰਦੀਆਂ ਵੀ ਵੀਜ਼ਾ ਸਕਸੈਸ ਰੇਟ ਕਈ ਵਾਰੀ ਨਹੀਂ ਆ ਰਿਹਾ ਹੁੰਦਾ ਯੂਨੀਵਰਸਿਟੀਜ਼ ਦਾ। ਉਹ ਦੇਖਦੇ ਨੇ ਵੀ ਰੋਜ਼ ਰਿਜੈਕਸ਼ਨ ਆ ਰਹੀਆਂ ਜਾਂ 50-60% ਵੀਜ਼ਾ ਅਪਰੂਵਲ ਹੈਗੀ ਹੈ, ਅਤੇ ਉਹ ਕੀ ਕਰਦੇ ਨੇ ਉਸ ਟਾਈਮ 'ਤੇ ਜਿਹੜਾ ਬੱਚੇ ਦਾ ਜਿਹੜਾ ਹੋਲਡ ਕਰ ਦਿੰਦੇ ਨੇ COEs ਨੂੰ, ਆਫਰ ਲੈਟਰਸ ਨੂੰ, GT ਨੂੰ ਵੀ ਸਲੋ ਕਰਨਾ ਕਰ ਦਿੰਦੇ, ਬਹੁਤ ਸਲੋ ਪ੍ਰੋਸੈਸ ਕਰ ਦਿੰਦੇ। ਫਿਰ ਜਦ ਇਨਟੇਕ ਜਿਵੇਂ ਖਤਮ ਹੁੰਦਾ ਹੈ ਅਤੇ ਉਹ ਨਾਲ ਦੀ ਨਾਲ ਕਹਿਣਗੇ ਵੀ ਤੁਸੀਂ ਹਾਂ ਜੀ ਡੈਫਰ ਕਰੋ। ਅਤੇ ਇਸ ਕਰਕੇ ਵੀ ਇਹ ਡਿਪੈਂਡ ਕਰਦਾ ਵੀ ਸਕਸੈਸ ਰੇਟ ਕਾਲਜ ਯੂਨੀਵਰਸਿਟੀ ਦਾ ਜਾਂ ਫਿਰ ਉਸ ਟਾਈਮ 'ਤੇ ਕਿਸੇ ਕੰਟਰੀ ਦਾ ਕੀ ਆ ਰਿਹਾ। ਜਿਵੇਂ ਪਿੱਛੇ ਜੇ ਆਸਟ੍ਰੇਲੀਆ ਦਾ ਵੀਜ਼ਾ ਸਕਸੈਸ ਰੇਟ ਬਹੁਤ ਲੋ ਚੱਲ ਰਿਹਾ ਸੀਗਾ, ਅਤੇ ਜ਼ਿਆਦਾਤਰ ਯੂਨੀਵਰਸਿਟੀ ਨੇ ਸਲੋ ਕਰਤੀਆਂ ਐਡਮਿਸ਼ਨਾਂ, COEs, GT ਦਾ ਪ੍ਰੋਸੈਸ ਸਲੋ ਕਰਤਾ, ਕਿਉਂਕਿ ਉਹਨਾਂ ਨੂੰ ਉਹੀ ਡਿਪਾਰਟਮੈਂਟ ਹੈ ਜਿਹੜਾ ਦੇਖਦਾ ਵੀ ਕਿੰਨੇ ਕੁ ਵੀਜ਼ੇ ਆ ਰਹੇ, ਕਿੰਨੇ ਨਹੀਂ ਆ ਰਹੇ, ਕੀ ਸਕਸੈਸ ਰੇਟ ਹੈ। ਜੇ ਸਕਸੈਸ ਰੇਟ ਨਹੀਂ ਆ ਰਿਹਾ ਹੁੰਦਾ ਕਿਸੇ ਕਾਲਜ ਯੂਨੀਵਰਸਿਟੀ ਦਾ, ਅਤੇ ਉਹ ਉਸ ਟਾਈਮ 'ਤੇ ਲਾਈਕ ਵੀ ਜਿਹੜੇ COEs ਵਗੈਰਾ ਸਲੋ ਕਰ ਦਿੰਦੇ ਨੇ ਜਾਂ ਰੋਕ ਦਿੰਦੇ ਨੇ। ਹੁਣ ਇਹਦੇ ਵਿੱਚ ਕੀ ਹੁੰਦਾ ਵੀ ਜਿਹੜਾ ਚਲੋ ਤੁਹਾਡਾ ਟਾਈਮ ਨਿਕਲ ਗਿਆ ਜੀ, COE ਦਾ ਤੁਹਾਡਾ ਕਲਾਸ ਡੇਟ ਨਿਕਲ ਗਈ, ਅਤੇ ਹੁਣ ਅੱਗੇ ਦਾ ਕੀ ਹੈ? ਹੁਣ ਬੱਚਿਆਂ ਦੇ ਕੁਐਸਚਨ ਦਿਮਾਗ 'ਚ ਆਉਂਦਾ ਵੀ ਅਗਲਾ ਜਿਵੇਂ ਇਨਟੇਕ ਅਗਰ ਫੋਰ ਐਗਜ਼ਾਮਪਲ ਫੈਬਰੀ ਹੈਗਾ, ਅਤੇ ਅਸੀਂ ਤਾਂ ਫੈਬਰੀ ਤੱਕ ਜਾ ਨਹੀਂ ਸਕਦੇ। ਗਲਤ ਇਨਫੋਰਮੇਸ਼ਨ ਹੈ, ਬਿਲਕੁਲ ਗਲਤ ਇਨਫੋਰਮੇਸ਼ਨ ਹੈ। ਹੁਣ ਇਹਦੇ 'ਚ ਕੀ ਹੈ ਵੀ ਜਿਵੇਂ ਤੁਸੀਂ ਤੁਹਾਡੀ ਕਲਾਸਾਂ ਨਿਕਲ ਗਈਆਂ, ਕਾਲਜ ਨੇ ਇੱਕ ਤੁਹਾਨੂੰ ਕਹਿਣਾ ਵੀ ਤੁਸੀਂ ਡੈਫਰ ਕਰੋ, ਜਾਂ ਫਿਰ ਯੂਨੀਵਰਸਿਟੀ ਤੁਹਾਨੂੰ ਕਹਿਣਾ ਡੈਫਰ ਕਰੋ, ਅਤੇ ਜਾਂ ਫਿਰ ਨਹੀਂ ਵੀ ਉਹਨਾਂ ਨੇ ਕਹਿਣਾ ਤਾਂ ਵੀ ਹੁਣ ਐਜ਼ ਏ ਕੰਸਲਟੈਂਟ ਜਾਂ ਐਜ਼ ਏ ਸਟੂਡੈਂਟ ਤੁਸੀਂ ਡੈਫਰਮੈਂਟ ਅਪਲਾਈ ਕਰ ਦਿੰਦੇ ਹੋ। ਤੁਸੀਂ ਕਹਿੰਦੇ ਹੋ ਜੀ ਮੇਰੀ ਕਲਾਸਾਂ ਨੇੜੇ ਨਿਕਲ ਗਈਆਂ ਅਤੇ ਮੈਨੂੰ ਤੁਸੀਂ ਡੈਫਰ ਕਰੋ। ਹੁਣ ਡੈਫਰ ਕਰਨ ਤੋਂ ਬਾਅਦ ਜਿਵੇਂ ਤੁਹਾਨੂੰ ਆਫਰ ਲੈਟਰ ਮਿਲਦੀ ਹੈ ਫੈਬਰੀ ਇਨਟੇਕ ਦੀ, ਅਤੇ ਉਹਦੇ 'ਚ ਦੁਬਾਰਾ GT ਨਹੀਂ ਹੋਣੀ, ਕਿਉਂਕਿ GT ਤੁਹਾਡੀ ਪਹਿਲਾਂ ਹੋ ਚੁੱਕੀ ਸੀਗੀ। ਉਸ ਤੋਂ ਬਾਅਦ ਅਗਰ ਤੁਸੀਂ ਫੀਸ ਭਰੀ ਹੋਈ ਆ ਉਹ ਵੀ ਦੁਬਾਰਾ ਨਹੀਂ ਭਰਨੀ, ਕਿਉਂਕਿ ਉਹ ਵੀ ਭਰੀ ਹੋਈ ਹੈ, ਸਾਰਾ ਕੁਝ ਸੇਮ ਹੈ। ਹੁਣ ਕਾਲਜ ਯੂਨੀਵਰਸਿਟੀ ਉਸ ਟਾਈਮ 'ਤੇ ਤੁਹਾਨੂੰ ਜਿਹੜੀ COE ਜਿਹੜੀ ਹੈਗੀ ਹੈ ਫੈਬਰੀ ਦੀ ਦੇ ਦੇਗਾ। ਫੋਰ ਐਗਜ਼ਾਮਪਲ ਹੁਣ ਜੁਲਾਈ ਐਂਡ ਚੱਲ ਰਿਹਾ, ਅਗਰ ਹੁਣ ਡੈਫਰਮੈਂਟ ਕਿਸੇ ਦੀ ਆ ਜਾਂਦੀ ਹੈ ਤਾਂ ਉਹਨੂੰ ਫੈਬਰੀ ਇਨਟੇਕ ਦੀ COE ਹੁਣੀ ਮਿਲ ਜੇਗੀ, ਅਤੇ ਜਿਹੜੀ ਫਾਈਲ ਹੈ ਉਹ ਵੀ ਹੁਣੀ ਲਾਂਚ ਹੋ ਸਕਦੀ ਹੈ। ਕੋਈ ਜ਼ਰੂਰੀ ਨਹੀਂ ਹੈਗਾ ਵੀ ਤੁਹਾਨੂੰ ਫੈਬਰੀ ਦੀ ਫਾਈਲ ਜਨਵਰੀ ਜਾਂ ਦਸੰਬਰ 'ਚ ਲਾਂਚ ਹੋਏਗੀ। ਫਾਈਲ ਤੁਹਾਡੀ ਹੁਣੀ ਲਾਂਚ ਹੋ ਸਕਦੀ ਹੈ। ਵੀਜ਼ਾ ਵੀ ਗ੍ਰਾਂਟ ਹੋ ਸਕਦਾ ਹੈ, ਅਤੇ ਵੀਜ਼ਾ ਗ੍ਰਾਂਟ ਹੋਣ ਤੋਂ ਬਾਅਦ ਤੁਸੀਂ ਨਾਲ ਦੀ ਨਾਲ ਟਰੈਵਲ ਵੀ ਕਰ ਸਕਦੇ ਹੋ। ਇਹ ਜ਼ਰੂਰੀ ਨਹੀਂ ਹੈਗਾ ਵੀ ਤੁਹਾਨੂੰ ਜੁਲਾਈ ਦਾ ਹੁਣ ਨਿਕਲ ਗਿਆ ਅਤੇ ਤੁਸੀਂ ਫੈਬਰੀ ਇਨਟੇਕ 'ਚ ਜਾਣਾ ਹੈ, ਅਤੇ ਫੈਬਰੀ ਦੀ ਫਲਾਈਟ ਤੁਹਾਡੀ ਜਨਵਰੀ 'ਚ ਹੋਏਗੀ ਜਾਂ ਦਸੰਬਰ 'ਚ ਹੋਏਗੀ, ਐਸਾ ਨਹੀਂ ਹੈ। ਤੁਹਾਡੀ ਫੈਬਰੀ ਇਨਟੇਕ ਦੀ ਜਿਹੜੀ ਫਲਾਈਟ ਹੈਗੀ ਹੈ, ਤੁਸੀਂ ਜਿਵੇਂ ਅਗਸਤ 'ਚ ਤੁਹਾਡਾ ਵੀਜ਼ਾ ਆ ਜਾਂਦਾ ਤਾਂ ਅਗਸਤ 'ਚ ਵੀ ਫਲਾਈ ਕਰ ਸਕਦੇ ਹੋ। ਬਟ ਇਹਦੇ ਵਿੱਚ ਇੱਕ ਪ੍ਰੋਬਲਮ ਆਉਂਦੀ ਹੈ ਥੋੜ੍ਹੀ ਜਿਹੀ, ਵੀ ਤੁਸੀਂ 2.5 ਮਹੀਨੇ ਤੋਂ ਬਾਅਦ ਫਰੀ ਨਹੀਂ ਰਹਿ ਸਕਦੇ ਹੈਗੇ। ਵੀ ਜਦ ਤੁਸੀਂ ਸਟੂਡੈਂਟ ਵੀਜ਼ਾ 'ਤੇ ਹੋ, ਤੁਸੀਂ ਇਹ ਹੁਣ ਚਲੇ ਤਾਂ ਜਾ ਸਕਦੇ ਹੋ, ਕੋਈ ਦਿੱਕਤ ਨਹੀਂ, ਤੁਹਾਨੂੰ ਰੋਕੇਗਾ ਨਹੀਂ ਕੋਈ। ਹੁਣ ਫੈਬਰੀ ਇਨਟੇਕ ਦੀਆਂ ਕਲਾਸਾਂ ਜਿਹੜੀਆਂ ਫੈਬਰੀ 'ਚ ਹੀ ਸ਼ੁਰੂ ਹੋਣੀਆਂ, ਜਾਂ ਤਾਂ ਤੁਸੀਂ ਉਸ ਟਾਈਮ 'ਤੇ ਕਾਲਜ ਯੂਨੀਵਰਸਿਟੀ ਨੂੰ ਰਿਕੁਐਸਟ ਕਰ ਸਕਦੇ ਹੋ ਵੀ ਜੀ ਸਾਡਾ ਵੀਜ਼ਾ ਜਲਦੀ ਆ ਗਿਆ, ਵੀ ਅਗਰ ਤੁਹਾਡੇ ਕੋਲ ਕੋਈ ਹੋਰ ਇਨਟੇਕ ਅਵੇਲੇਬਲ ਹੈਗਾ, ਜਾਂ ਕਿਸੇ ਹੋਰ ਕੋਰਸ 'ਚ ਵੀ ਜਾਂ ਕਿਸੇ ਹੋਰ ਲੋਕੇਸ਼ਨ 'ਤੇ ਵੀ ਅਵੇਲੇਬਲ ਹੈ, ਅਤੇ ਸਾਨੂੰ ਉਹ ਪ੍ਰੋਵਾਈਡ ਕਰ ਦਿਓ। ਇਹ ਪੋਸੀਬਿਲਿਟੀਜ਼ ਹੁੰਦੀਆਂ, ਕਾਫੀ ਜਗ੍ਹਾ ਹੁੰਦੀਆਂ। ਦੂਸਰੀ ਚੀਜ਼ ਤੁਸੀਂ ਕੀ ਕਰ ਸਕਦੇ ਹੋ ਵੀ ਤੁਸੀਂ ਕੋਈ ਛੋਟਾ ਸਮੋਲ ਇੰਗਲਿਸ਼ ਦਾ ਕੋਰਸ ਲੈ ਸਕਦੇ ਹੋ, ਜਿਵੇਂ ਕੋਈ ਵੀ ਪ੍ਰਾਈਵੇਟ ਕਾਲਜ 'ਚ ਜਿਹਦੀ ਫੀਸ ਜ਼ਿਆਦਾ ਨਹੀਂ ਹੁੰਦੀ, ਅਰਾਊਂਡ $150 ਹਫਤੇ ਦੀ ਫੀਸ ਹੁੰਦੀ ਹੈ, ਕੋਈ ਬਹੁਤ ਵੱਡਾ ਅਮਾਊਂਟ ਨਹੀਂ ਹੈਗਾ। ਤੁਸੀਂ ਜਿਵੇਂ 2.5 ਮਹੀਨੇ ਦਾ ਸਰਕਲ ਤੋੜਨਾ ਵੀ, ਜਿਵੇਂ ਫੈਬਰੀ ਇਨਟੇਕ ਹੈਗਾ, ਫੈਬਰੀ ਅਗਰ ਮਿਡ 'ਚ ਕਲਾਸਾਂ ਹੈਗੀਆਂ ਤੁਹਾਡੀਆਂ, ਅਤੇ ਅੱਧਾ ਫਰਵਰੀ ਨਿਕਲ ਗਿਆ, ਜਨਵਰੀ ਨਿਕਲ ਗਿਆ, ਦਸੰਬਰ ਨਿਕਲ ਗਿਆ, ਅਤੇ ਤੁਸੀਂ ਨਵੰਬਰ ਦਾ ਮਹੀਨਾ ਤੁਸੀਂ ਜਿਵੇਂ ਇੰਗਲਿਸ਼ ਦੇ 4 ਹਫਤੇ ਦੀਆਂ ਕਲਾਸਾਂ ਲੈ ਲਓ ਫੋਰ ਐਗਜ਼ਾਮਪਲ, ਅਤੇ 4 ਹਫਤੇ ਦੀਆਂ ਕਲਾਸਾਂ ਸਾਰੀਆਂ ਤੁਹਾਨੂੰ $600 'ਚ ਪੈਣੀਆਂ, ਵੀ 600 ਨਹੀਂ $700 ਲਗਾ ਲਓ, ਵੀ $35,000 40,000 ਦਾ ਖਰਚਾ, ਸਾਰਾ ਕੋਈ ਜ਼ਿਆਦਾ ਵੱਡਾ ਖਰਚਾ ਨਹੀਂ ਹੈਗਾ।
ਨਵੰਬਰ ਦਾ ਮਹੀਨਾ ਤੁਸੀਂ ਇੰਗਲਿਸ਼ ਪੜ੍ਹਦੇ ਹੋ, ਉਸ ਤੋਂ ਪਹਿਲਾਂ ਅਕਤੂਬਰ, ਸਤੰਬਰ ਤੇ 15 ਅਗਸਤ, ਯਾਨੀ ਕਿ ਅਗਰ ਕੋਈ 15 ਅਗਸਤ ਨੂੰ ਵੀ ਕਿਸੇ ਨੇ ਫਲਾਈਟ ਲੈ ਲਈ, ਉਹਨੂੰ ਵੀ ਕੋਈ ਦਿੱਕਤ ਨਹੀਂ ਹੈਗੀ ਵੀ ਉਹਨੂੰ ਜਿਹੜਾ ਉੱਥੇ ਜਿਵੇਂ ਅਗਲੇ ਉਹਨੂੰ ਪਤਾ ਵੀ 5 ਤੇ 1 6 ਮਹੀਨੇ ਐਗਜ਼ੈਕਟ ਪਏ ਨੇ ਵੀ ਉਹਦੀਆਂ ਕਲਾਸਾਂ ਸ਼ੁਰੂ ਹੋਣ ਨੂੰ ਫੈਬਰੀ ਇਨਟੇਕ ਦੇ ਵਿੱਚ, ਤੇ ਉਹ ਬੱਚਾ ਵੀ ਸਿਰਫ 35-40 ਹਜ਼ਾਰ ਖਰਚ ਕੇ ਇੰਗਲਿਸ਼ ਦਾ ਕੋਰਸ ਲੈ ਕੇ ਵਿੱਚ ਇੰਗਲਿਸ਼ ਦਾ ਕੋਰਸ ਲੈ ਲੇ ਤੇ ਉਹਨੂੰ ਕੋਈ ਪ੍ਰੋਬਲਮ ਨਹੀਂ। 2.5 ਮਹੀਨੇ ਉਹ ਪਹਿਲਾਂ ਆਪਦਾ ਫਰੀ ਰਹਿ ਸਕਦਾ, ਫਿਰ ਇੱਕ ਮਹੀਨਾ ਉਹਨੇ ਜਿਵੇਂ 4 ਹਫ਼ਤੇ ਇੰਗਲਿਸ਼ ਦੀਆਂ ਕਲਾਸਾਂ ਲਗਾ ਦੀਆਂ ਜਿਹਦੇ ਵਿੱਚ ਔਨਲਾਈਨ ਪੜ੍ਹਾਈ ਹੈਗੀ ਆ, ਕੋਈ ਸਰਟੀਫਿਕੇਟ ਨਹੀਂ ਚਾਹੀਦਾ ਤੁਹਾਨੂੰ, ਤੁਸੀਂ ਪਾਸ ਨਹੀਂ ਹੋਣਾ, ਕੁਛ ਨਹੀਂ ਹੈਗਾ, 4 ਹਫ਼ਤੇ ਬਸ ਕਲਾਸਾਂ ਔਨਲਾਈਨ ਕਲਾਸਾਂ ਲਗਾਉਣੀਆਂ, ਜਾਂ ਫਿਰ ਜਿਵੇਂ ਵੀ ਤੁਸੀਂ ਫੇਸ ਟੂ ਫੇਸ ਲਗਾਉਣਾ ਚਾਹੁੰਦੇ ਹੋ ਜਾਂ ਲਗਾਉਣਾ ਵੀ ਚਾਹੁੰਦੇ ਹੋ, ਤੁਹਾਡੀ ਮਰਜ਼ੀ ਹੈ। ਤੇ ਕਿਉਂਕਿ ਉਹਦੇ ਨਾਲ ਕੋਈ ਫਰਕ ਤਾਂ ਪੈਂਦਾ ਨਹੀਂ, ਉਹਦੇ ਸਰਟੀਫਿਕੇਟ ਦੇ ਬੇਸ 'ਤੇ ਤਾਂ ਤੁਹਾਡੀ ਮਾਸਟਰ ਸ਼ੁਰੂ ਨਹੀਂ ਹੋਣੀ, ਉਹ ਸਿਰਫ ਇੱਕ ਗੈਪ ਨੂੰ ਕਵਰ ਕਰਨ ਦਾ ਪੁਆਇੰਟ ਆ ਜਾਂਦਾ। ਤੇ ਉਸ ਤੋਂ ਬਾਅਦ 1 ਮਹੀਨਾ ਤੁਹਾਡੀ ਸੀ ਓ ਈ ਹੈਗੀ ਹੈ ਤੁਹਾਡੇ ਕੋਲ ਇੰਗਲਿਸ਼ ਕੋਰਸ ਦੀ, ਉਸ ਤੋਂ ਬਾਅਦ ਫਿਰ 2.5 ਮਹੀਨੇ ਤੁਹਾਡੇ ਫਰੀ ਹੋ ਗਏ, ਕੋਈ ਦਿੱਕਤ ਨਹੀਂ। ਯਾਨੀ ਕਿ 15 ਅਗਸਤ ਤੋਂ ਵੀ ਤੁਸੀਂ ਅਗਰ ਫਲਾਈਟ ਲੈ ਜਾਓ ਤਾਂ ਵੀ ਕੋਈ ਦਿੱਕਤ ਨਹੀਂ, ਸਿਰਫ 35-40 ਹਜ਼ਾਰ ਦਾ ਖਰਚਾ। ਤੇ ਉਹਦਾ ਬੈਨੀਫਿਟ ਕੀ ਹੈ, ਹੁਣ ਤੁਸੀਂ ਦੇਖੋ ਵੀ 6-8 ਮਹੀਨੇ ਹੈਗੇ ਤੁਹਾਡੇ ਕੋਲ, ਜਾਓ ਆਪਦੀ ਸੈਟਿੰਗ ਕਰੋ, ਕੰਮ ਕਾਜ ਲੱਭੋ, ਕੁਛ ਕੰਮ ਕਰ ਸਕਦੇ ਹੋ, ਕੰਮ ਕਰੋ, ਕੋਈ ਦਿੱਕਤ ਵਾਲੀ ਗੱਲ ਨਹੀਂ। ਅਤੇ ਇਹ ਸਾਰੀਆਂ ਚੀਜ਼ਾਂ ਮੈਟਰ ਕਰਦੀਆਂ ਵੀ ਇਹ ਸਾਨੂੰ ਈਜ਼ੀ ਕਰ ਦਿੰਦੀ ਹੈ ਤੁਹਾਡਾ ਸਿਸਟਮ ਨੂੰ ਬਣਾਉਣ ਨੂੰ। ਅਗਰ ਜਾ ਕੇ ਕਈ ਵਾਰੀ ਬੱਚੇ ਦਾ ਕੋਰਸ ਚੇਂਜ ਕਰਨ ਦਾ ਮਨ ਹੁੰਦਾ, ਫਾਰ ਐਗਜ਼ਾਮਪਲ ਕੋਈ ਮਾਸਟਰ 'ਚ ਚਲਾ ਗਿਆ ਜੀ, ਅਤੇ ਮਾਸਟਰ ਫਾਰ ਐਗਜ਼ਾਮਪਲ ਮਾਸਟਰ ਆਫ ਐਜੂਕੇਸ਼ਨ ਚਲਾ ਗਿਆ, ਹੁਣ ਉਹਨੂੰ ਲੱਗਦਾ ਵੀ ਮਾਸਟਰ ਆਫ ਟੀਚਿੰਗ ਕਰਦਾ, ਬੈਂਡ ਦਾ ਥੋੜ੍ਹਾ ਬਹੁਤ ਫਰਕ ਸੀਗਾ, ਉਹਨੂੰ 6 ਮਹੀਨੇ ਟਾਈਮ ਮਿਲ ਗਿਆ, ਉਹ ਉੱਥੇ ਆਸਟ੍ਰੇਲੀਆ ਆ ਕੇ ਆਪਦਾ ਵਧੀਆ IELTS ਦੀ ਦੁਬਾਰਾ ਤਿਆਰੀ ਕਰੇ, ਨੰਬਰ ਅਗਰ ਆ ਜਾਂਦੇ ਤਾਂ ਸਿੱਧਾ ਮਾਸਟਰ ਆਫ ਟੀਚਿੰਗ ਲੈ ਜਾਏ। ਕੋਈ ਨਰਸਿੰਗ 'ਚ ਆਉਣਾ ਚਾਹੁੰਦੇ ਨੇ, ਬੈਚਲਰ ਆਫ ਮਾਸਟਰ ਆਫ ਹੈਲਥ ਸਾਇੰਸ ਲੈ ਜਾਂਦੇ ਨੇ ਬੈਂਡ ਨਾ ਹੋਣ ਕਾਰਨ, 7 ਚ ਲੈ ਜਾਓ ਮਾਸਟਰ ਆਫ ਨਰਸਿੰਗ ਤੁਹਾਨੂੰ ਮਿਲ ਜਾਏਗਾ। ਐਂ ਜਿਵੇਂ +2 ਵਾਲੇ ਬੱਚੇ ਹੈਗੇ ਨੇ ਉਹ ਇੱਧਰ ਉੱਧਰ ਦੇ ਕੋਰਸਿਸ ਲੈ ਜਾਂਦੇ ਨੇ, ਕਮਿਊਨਿਟੀ ਸਰਵਿਸਿਜ਼ ਹੈਗਾ, ਸੋਸ਼ਲ ਵਰਕ ਹੈਗਾ, ਕਾਫੀ ਹੋਰ ਨਰਸਿੰਗ ਦੇ ਕੋਰਸਿਸ ਆ ਜਾਂਦੇ ਨੇ, ਹੋਰ ਵੀ ਬਥੇਰੇ ਕੋਰਸਿਸ ਨੇ ਜਿਹੜੇ ਡਿਮਾਂਡ ਵਿੱਚ ਹੈਗੇ ਨੇ ਇੱਥੇ। ਅਤੇ ਤੁਸੀਂ ਉਹ ਆਪਦਾ ਇੰਗਲਿਸ਼ ਦਾ ਇੰਪਰੂਵ ਕਰਕੇ ਤੁਸੀਂ ਆਪਦਾ ਕੋਰਸ ਚੇਂਜ ਕਰਾ ਲਓ ਵਿਦਿਨ ਦਾ ਯੂਨੀਵਰਸਿਟੀ, ਵਿਦਿਨ ਦਾ ਕਾਲਜ ਦਾ ਤੁਸੀਂ ਚੇਂਜ ਕਰ ਹੀ ਸਕਦੇ ਹੋ, ਤੁਹਾਡੀ ਕੋਈ ਫੀਸ ਨਹੀਂ ਖਰਾਬ ਹੁੰਦੀ, ਕੁਛ ਨਹੀਂ ਹੁੰਦੀ। ਅਗਰ ਆਊਟ ਆਫ ਤੁਸੀਂ ਕਾਲਜ ਜਾਂ ਯੂਨੀਵਰਸਿਟੀ ਜਾਣਾ ਹੈਗਾ ਤਾਂ ਤੁਹਾਨੂੰ 6 ਮਹੀਨੇ ਵੇਟ ਕਰਨਾ ਪਏਗਾ, 6 ਮਹੀਨੇ ਤੋਂ ਬਾਅਦ ਅਗਲਾ ਜੋ ਸਮੈਸਟਰ ਆ ਤੁਸੀਂ ਕਿਤੇ ਵੀ ਲਗਾ ਸਕਦੇ ਹੋ। ਇਸ ਕਰਕੇ ਇਹ ਸਾਰੀਆਂ ਚੀਜ਼ਾਂ ਦਾ ਬੈਨੀਫਿਟ ਹੀ ਹੈਗੇ ਨੇ। ਮੈਂ ਤਾਂ ਕਹੂੰਗਾ ਕਿ ਅਗਰ ਮੈਨੂੰ ਕੋਈ ਚਾਂਸ ਮਿਲੇ ਵੀ ਹਾਂ ਵੀ ਤੁਹਾਨੂੰ ਜੁਲਾਈ ਇਨਟੇਕ ਦੀਆਂ ਕਲਾਸਾਂ ਲੈਣੀਆਂ ਹੈ ਜਾਂ ਫੈਬਰੀ ਦੀਆਂ, ਮੈਂ ਤਾਂ ਕਹੂੰਗਾ ਜੀ ਫੈਬਰੀ ਕਰ ਦਿਓ। ਬਥੇਰਿਆਂ ਬੱਚਿਆਂ ਦੇ ਅਸੀਂ ਕੀ ਕਰਦੇ ਹਾਂ, ਜਿਵੇਂ ਪਤਾ ਵੀ ਮੌਕੇ 'ਤੇ ਵੀ ਚਲੋ ਜਾਂ ਤਾਂ ਬੰਦਾ ਪਹੁੰਚ ਸਕਦਾ, ਬੱਚੇ ਨੂੰ ਪੁੱਛ ਲਈਦਾ ਵੀ ਤੁਸੀਂ ਡੈਫਰ ਕਰਨਾ, ਕਈ ਬੱਚੇ ਡੈਫਰ ਕਰਨ ਨੂੰ ਉਹ ਵੀ ਕਰ ਦਿੰਦੇ ਨੇ। ਉਹ ਡੈਫਰ ਜਾਂ ਤਾਂ ਤੁਸੀਂ ਅਗਰ ਰੁਕਣ ਨੂੰ ਤਿਆਰ ਹੈ ਵੀ ਤੁਹਾਨੂੰ ਐਂ ਵੀ 1-1.5 ਮਹੀਨਾ ਅਸੀਂ ਰੁਕਣ ਨੂੰ ਤਿਆਰ ਹੈ, ਫਿਰ ਤਾਂ ਡੈਫਰ ਕਰਵਾ ਸਕਦੇ ਹੋ ਤੁਸੀਂ। ਅਗਰ ਤੁਹਾਨੂੰ ਇਹ ਵੀ ਜਲਦੀ ਜਾਈਏ ਫਿਰ ਤੁਸੀਂ ਇਸੀ ਇਨਟੇਕ ਦੇ ਵਿੱਚ ਤੁਹਾਨੂੰ ਸੂਟੇਬਲ ਹੈ ਵੀ ਜੁਲਾਈ ਇਨਟੇਕ ਹੀ ਤੁਸੀਂ ਟਰੈਵਲ ਕਰ ਲਓ। ਬਟ ਫੈਬਰੀ ਇਨਟੇਕ ਦਾ ਬੈਨੀਫਿਟ ਬਹੁਤ ਜ਼ਿਆਦਾ ਨੇ, 5-6 ਮਹੀਨੇ ਤੁਹਾਨੂੰ ਟਾਈਮ ਮਿਲ ਗਿਆ ਸੈੱਟ ਹੋਣ ਨੂੰ, ਆਪਦਾ ਐਡਜਸਟ ਕਰਨ ਨੂੰ, ਦਿਲ ਲਗਾਉਣ ਨੂੰ, ਤੁਹਾਨੂੰ ਸਮਝਣ ਨੂੰ ਵੀ ਐਜੂਕੇਸ਼ਨ ਸਿਸਟਮ ਕਿਵੇਂ, ਅਗਰ ਕੋਈ ਚੇਂਜਸ ਕਰਨਾ ਕੋਰਸ ਦੇ ਵਿੱਚ ਜਾਂ ਕਿਸੇ ਵੀ ਤਰੀਕੇ ਦੀ ਕੋਈ ਚੇਂਜਸ ਕਰਨੀ ਉਹ ਵੀ ਪੋਸੀਬਲ ਹੈਗੀਆਂ, ਅਤੇ ਕਾਫੀ ਚੀਜ਼ਾਂ ਤੁਹਾਡੇ ਰਸਤੇ ਬਹੁਤ ਖੁੱਲ੍ਹ ਜਾਂਦੇ ਨੇ। ਹੋਰ ਇਸ ਤੋਂ ਇਲਾਵਾ ਇਹ ਵੀ ਹੈਗਾ ਵੀ ਤੁਸੀਂ ਫਾਰ ਐਗਜ਼ਾਮਪਲ ਆਸਟ੍ਰੇਲੀਆ ਪਹੁੰਚ ਕੇ ਤੁਸੀਂ ਮਾਸਟਰ 'ਚ ਆਏ ਹੋ ਜਾਂ ਬੈਚਲਰ 'ਚ ਆਏ ਹੋ, ਤੁਸੀਂ ਕਿਹਾ ਨਹੀਂ ਅਸੀਂ ਨਹੀਂ ਪੜ੍ਹਨਾ ਹੈਗਾ, ਤੁਸੀਂ ਡਿਪਲੋਮਾ 'ਚ ਵੀ ਚੇਂਜ ਕਰਨਾ ਚਾਹੁੰਦੇ ਹੋ ਤਾਂ ਨਵੀਂ ਫਾਈਲ ਲਗਾ ਕੇ ਤੁਸੀਂ ਵੀਜ਼ਾ ਵੀ ਅਪਲਾਈ ਕਰ ਸਕਦੇ ਹੋ, ਦੈਟ ਇਜ਼ ਆਲਸੋ ਪੋਸੀਬਲ। ਅਤੇ ਅਗਰ ਇਮੀਗ੍ਰੇਸ਼ਨ ਤੁਹਾਨੂੰ ਉਸ ਟਾਈਮ ਵੀਜ਼ਾ ਦੇ ਦਿੰਦੀ ਹੈ ਤਾਂ ਤੁਹਾਨੂੰ ਬੈਚਲਰ ਜਾਂ ਮਾਸਟਰ ਕਰਨ ਦੀ ਲੋੜ ਨਹੀਂ, ਤੁਸੀਂ ਪੜ੍ਹਾਈ ਸ਼ੁਰੂ ਹੋਣ ਤੋਂ ਪਹਿਲਾਂ ਹੀ ਤੁਸੀਂ ਆਪਦਾ ਕੋਰਸ ਜਿਹੜਾ ਹੈਗਾ ਤਾਂ ਲੈਵਲ ਚੇਂਜ ਕਰ ਸਕਦੇ ਹੋ। ਇਹ ਵੀ ਪੋਸੀਬਿਲਿਟੀਜ਼ ਅਸੀਂ ਦੇਖੀਆਂ ਆਸਟ੍ਰੇਲੀਆ 'ਚ, ਇਹ ਚੀਜ਼ ਹੁੰਦੀਆਂ ਦੇਖੀਆਂ ਅਸੀਂ। ਇਸ ਕਰਕੇ ਹਰ ਚੀਜ਼ ਦਾ ਬੈਨੀਫਿਟ ਵੀ ਹੁੰਦਾ, ਨੁਕਸਾਨ ਤੋਂ ਇਲਾਵਾ ਬੈਨੀਫਿਟ ਵੀ ਹੁੰਦਾ। ਇਸ ਕਰਕੇ ਜਿਹੜਾ ਸਕਸੈਸ ਰੇਟ ਹੈਗਾ ਇਹ ਇਸ ਟਾਈਮ 'ਤੇ ਕਾਫੀ ਵਧੀਆ ਚੱਲ ਰਿਹਾ। ਇਸ ਟਾਈਮ 'ਤੇ ਤੁਹਾਡੀ ਡੈਫਰਡ ਆਫਰ ਲੈਟਰ ਦੇ ਨਾਲ ਵੀ ਅਗਰ ਫਾਈਲ ਲੱਗ ਰਹੀ ਹੈ ਤਾਂ ਸਕਸੈਸ ਰੇਟ ਤੁਹਾਡਾ ਬੈਟਰ ਆਏਗਾ ਐਜ਼ ਕੰਪੇਅਰ ਟੂ ਵੀ ਅਗਰ ਤੁਸੀਂ ਜੂਨ ਵਿੱਚ ਅਗਰ ਫਾਈਲ ਲਗਾਈ ਹੁੰਦੀ। ਕਾਫੀ ਜ਼ਿਆਦਾ ਰਿਜੈਕਸ਼ਨ ਰੇਟ ਰਿਹਾ ਹੈ ਮਈ ਅਤੇ ਜੂਨ ਦਾ, ਇਹਦੇ ਵਿੱਚ ਸਭ ਨੂੰ ਪਤਾ ਹੀ ਹੈ, ਸਟੂਡੈਂਟਸ ਨੂੰ ਵੀ ਅਤੇ ਏਜੰਟਸ ਨੂੰ ਵੀ ਪਤਾ ਹੈ। ਅਤੇ ਹੁਣ ਵੀਜ਼ਾ ਸਕਸੈਸ ਰੇਟ ਕਾਫੀ ਬੈਟਰ ਹੈ ਵੀ। ਅਗਰ ਅੱਜ ਦੀ ਗੱਲ ਕਰੀਏ, ਅੱਜ ਜਿਵੇਂ ਮੰਡੇ ਦਾ ਦਿਨ ਹੈਗਾ ਅਤੇ ਅੱਜ ਤੁਸੀਂ ਲਾ ਲਓ ਵੀ 4 ਵੀਜ਼ੇ ਸਾਡੇ ਆਏ ਨੇ, 2 ਸਪਾਊਸ ਵੀਜ਼ਾ ਇਕੱਠਿਆਂ ਦੇ ਆਏ ਨੇ ਅਤੇ 2 ਸਿੰਗਲ ਵੀਜ਼ਾ ਆਏ ਨੇ, ਅਤੇ ਯਾਨੀ ਕਿ ਟੋਟਲ 6 ਵੀਜ਼ਾ ਹੋ ਗਏ ਅਗਰ ਆਪਾਂ ਗੱਲ ਕਰੀਏ। ਅਤੇ ਇੰਨੇ ਵੀਜ਼ੇ ਇਕੱਠੇ ਆਉਣ ਇੱਕ ਦਿਨ 'ਚ ਤਾਂ ਮੈਟਰ ਕਰਦਾ। ਅਤੇ ਬਟ ਉਹਨੂੰ ਫਾਈਲ ਆਉਣ ਦਾ ਕੁਛ ਚੀਜ਼ਾਂ ਸਾਨੂੰ ਵੀ ਸਮਝ ਆਈਆਂ ਵੀ ਅੱਜ ਕੱਲ੍ਹ ਅੰਬੈਸੀ ਕਿਸ ਤਰੀਕੇ ਨਾਲ ਫਾਈਲਾਂ ਚੈੱਕ ਕਰ ਰਹੀ ਹੈ, ਫਾਈਨੈਂਸ਼ੀਅਲ ਕਿਵੇਂ ਹੋਣੇ ਚਾਹੀਦੇ ਨੇ, SOP GT ਦੇ ਡਾਕੂਮੈਂਟੇਸ਼ਨ ਕਿਵੇਂ ਹੋਣੀ ਚਾਹੀਦੀ, ਅਤੇ ਉਸ ਬੇਸ 'ਤੇ ਵੀਜ਼ਾ ਜਿਹੜਾ ਸਕਸੈਸ ਰੇਟ ਕਿਵੇਂ ਬੈਟਰ ਕੀਤਾ ਜਾ ਸਕਦਾ। ਅਤੇ ਉਹੀ ਤਰੀਕੇ ਨਾਲ ਫਾਈਲਾਂ ਲਗਾ ਕੇ ਅਤੇ ਕਾਫੀ ਵੀਜ਼ਾ ਸਕਸੈਸ ਰੇਟ ਬੈਟਰ ਹੋਇਆ। ਅਤੇ ਇਹ ਚੀਜ਼ ਦਾ ਜਿਹੜਾ ਹੈਗਾ ਵੀ ਬੈਨੀਫਿਟ ਬੱਚਿਆਂ ਨੂੰ ਜ਼ਰੂਰ ਮਿਲਦਾ। ਅਤੇ ਡੈਫਰਮੈਂਟ ਦੇ ਵਿੱਚ ਹੋਰ ਤੁਹਾਨੂੰ ਜਿਹੜੀਆਂ 1-2 ਚੀਜ਼ਾਂ ਮੈਂ ਦੱਸਣਾ ਚਾਹੂੰਗਾ ਵੀ ਹਾਂ, ਇਹ ਜ਼ਰੂਰ ਤੁਹਾਨੂੰ ਧਿਆਨ ਰੱਖਣਾ ਪਏਗਾ ਵੀ IELTS PT ਦਾ ਸਕੋਰ ਜਿਹੜਾ ਤੁਹਾਡਾ ਵੈਲਿਡ ਹੋਣਾ ਚਾਹੀਦਾ ਜਦ ਤੱਕ ਤੁਹਾਡੀਆਂ ਡੈਫਰਡ ਕਲਾਸਾਂ ਸ਼ੁਰੂ ਨਹੀਂ ਹੁੰਦੀਆਂ। ਜਿਵੇਂ ਫੈਬਰੀ ਇਨਟੇਕ ਤੁਹਾਨੂੰ ਅਗਰ ਮਿਲਦਾ ਤਾਂ ਫੈਬਰੀ ਤੱਕ ਦੀਆਂ ਤੁਹਾਡੇ ਕੋਲ IELTS PT ਦੀ ਵੈਲਿਡਿਟੀ ਹੋਣੀ ਚਾਹੀਦੀ ਹੈ, ਉਸ ਤੋਂ ਬਿਨਾਂ ਨਹੀਂ ਹੋ ਪਾਏਗਾ। ਅਤੇ ਬਾਕੀ ਜਿਹੜਾ ਫੀਸ ਹੈਗੀ ਹੈ, ਹੈਲਥ ਇੰਸ਼ੋਰੈਂਸ ਹੈਗੀ ਹੈ, ਸਾਰਾ ਕੁਛ ਹੈਗਾ ਉਹ ਸੇਮ ਰਹੇਗਾ, ਫਾਈਨੈਂਸ਼ੀਅਲ ਡਾਕੂਮੈਂਟ ਸੇਮ ਰਹਿਣਗੇ, ਸਭ ਕੁਛ ਸੇਮ ਰਹਿਣਗੇ। ਕਈਆਂ ਦੇ ਫੰਡਸ ਪੁਰਾਣੇ ਨਹੀਂ ਹੁੰਦੇ, ਨਵੇਂ ਫੰਡਸ ਹੁੰਦੇ ਨੇ, ਅਤੇ ਉਹਨਾਂ ਨੂੰ ਲੱਗਦਾ ਵੀ ਜਲਦੀ ਜਲਦੀ ਫਾਈਲ ਲਗਾ ਦਿਓ ਜੀ ਵੀਜ਼ਾ ਲੈ ਲਈਏ, ਨਹੀਂ
ਨਹੀਂ, ਗਲਤ ਹੈ। ਹੁਣ ਇਹਦੇ ਵਿੱਚ ਤੁਸੀਂ ਕੀ ਕਰ ਸਕਦੇ ਹੋ, ਡੈਫਰਮੈਂਟ ਲੈ ਕੇ 2 ਮਹੀਨੇ 2.5 ਮਹੀਨੇ ਤੁਸੀਂ ਵੇਟ ਕਰਕੇ ਆਪਦੇ ਫੰਡ ਪੁਰਾਣੇ ਕਰ ਸਕਦੇ ਹੋ। ਪੁਰਾਣੇ ਨਾਲ ਫਾਇਦੇ ਗਾਣੇ ਹੋ ਤੁਸੀਂ, ਇਨਕਮ ਦੇ ਡਾਕੂਮੈਂਟਸ ਸਹੀ ਕਰ ਸਕਦੇ ਹੋ, ਸੀ ਰਿਪੋਰਟ ਠੀਕ ਕਰ ਸਕਦੇ ਹੋ ਤੁਸੀਂ ਆਪਣੀ। ਅਗਰ ਕੋਈ ਗੈਪ ਹੈ ਤੁਹਾਡਾ ਸਟੱਡੀ 'ਚ, ਅਗਰ ਤੁਸੀਂ ਅਕਾਊਂਟ 'ਚ ਸੈਲਰੀ ਦਿਖਾ ਰਹੇ ਹੋ ਤਾਂ ਉਹ ਵੀ 2-3 ਮਹੀਨੇ 4 ਮਹੀਨੇ ਤੁਸੀਂ ਅਕਾਊਂਟ 'ਚ ਸੈਲਰੀ ਪਵਾ ਕੇ ਸਾਰਾ ਕੁਛ ਆਪਦਾ ਬੈਟਰ ਕਰਕੇ ਕੇਸ ਨੂੰ ਅਪਲਾਈ ਕਰੋਗੇ ਤਾਂ ਸਕਸੈਸ ਰੇਟ ਬੈਟਰ ਰਹੇਗਾ। ਅਤੇ ਬਾਕੀ ਆਸਟ੍ਰੇਲੀਆ 'ਚ ਉਹੀ ਚੀਜ਼ਾਂ ਰਹਿਣੀਆਂ, ਕੋਈ ਫਰਕ ਨਹੀਂ ਪੈਣਾ, ਤੁਹਾਡੇ ਜਲਦੀ ਚਲੇ ਆਓਗੇ ਕੋਈ ਫਰਕ ਨਹੀਂ ਪੈਣਾ, ਬਟ ਸਹੀ ਤਰੀਕੇ ਨਾਲ ਜਾਣਾ ਅਤੇ ਸਕਸੈਸ ਰੇਟ ਬੈਟਰ ਨਾਲ ਅਪਲਾਈ ਕਰਨਾ ਉਹ ਜ਼ਿਆਦਾ ਇੰਪੋਰਟੈਂਟ ਹੈਗਾ ਐਜ਼ ਕੰਪੇਅਰ ਟੂ ਕਿ ਜਲਦੀ ਫਾਈਲ ਲਗਾ ਕੇ ਵੀਜ਼ਾ ਅਪਲਾਈ ਕਰਨਾ ਅਤੇ ਜਲਦੀ ਜਲਦੀ ਪਹੁੰਚਣ ਦੀ ਬਜਾਏ। ਇਹ ਬੈਟਰ ਹੈਗਾ ਵੀ ਤੁਸੀਂ ਸਹੀ ਫਾਈਲ ਲਗਾ ਕੇ ਸਕਸੈਸ ਰੇਟ ਵਧਾਓ, ਪਹਿਲੀ ਗੱਲ। ਅਤੇ ਦੂਸਰੀ ਬਾਤ, ਕੋਰਸ ਆਪਦਾ ਸਹੀ ਲਓ ਵੀ ਜਿਹਦੇ ਨਾਲ ਤੁਹਾਨੂੰ ਅੱਗੇ ਵੀ ਇੱਥੇ ਸੈਟਲਮੈਂਟ ਆਪਸ਼ਨ ਮਿਲ ਸਕਣ। ਅਗਰ ਨਹੀਂ ਵੀ ਮਿਲ ਪਾ ਰਿਹਾ, ਜਿਹੜਾ 6 ਮਹੀਨੇ ਦਾ ਟਾਈਮ ਹੈ ਗੋਲਡਨ ਪੀਰੀਅਡ ਹੈ ਤੁਹਾਡੇ ਵਾਸਤੇ। ਬੱਚੇ ਬਹੁਤ ਜ਼ਿਆਦਾ ਇੱਥੇ ਆਉਂਦੇ ਨੇ ਜਿਹੜੇ ਸਾਡੇ ਕੋਲ, ਅਤੇ ਹੁਣ ਜਿਹਦੀ ਕਲਾਸਾਂ ਥੋੜ੍ਹੀਆਂ ਅੱਗੇ ਹੈਗੀਆਂ 3-4 ਮਹੀਨੇ ਪਹਿਲਾਂ, ਅਤੇ ਅਸੀਂ ਉਹਨੂੰ ਦੱਸ ਦਿੰਦੇ ਹਾਂ ਬੱਚੇ ਨੂੰ ਵੀ ਤੁਸੀਂ IELTS-PT ਇੰਪਰੂਵ ਕਰ ਲਓ। ਇਹ ਕੋਰਸਿਸ ਜਿਹੜੇ ਤੁਸੀਂ ਕਰ ਸਕਦੇ ਹੋ ਜਿਹੜੇ ਡਿਮਾਂਡ ਵਿੱਚ ਹੈਗੇ ਨੇ, ਅਤੇ ਤੁਹਾਨੂੰ ਕੱਲ੍ਹ ਨੂੰ ਇਹਦੇ 'ਚ ਬੈਨੀਫਿਟ ਮਿਲੇਗਾ। ਅਤੇ ਇਹ ਸਾਰੀਆਂ ਚੀਜ਼ਾਂ ਬੱਚੇ ਸੁਣਦੇ ਵੀ ਹੈ, ਦੇਖਦੇ ਵੀ ਹੈ, ਸਮਝਦੇ ਨੇ, ਅਤੇ ਉਸ ਤਰੀਕੇ ਨਾਲ ਅੱਗੇ ਕੰਟੀਨਿਊ ਕਰਦੇ ਵੀ। ਜ਼ਿਆਦਾਤਰ ਬੱਚੇ ਮੈਂ ਕਹੂੰਗਾ 80 to 90% ਬੱਚੇ, 90 ਤੋਂ ਵੀ ਜ਼ਿਆਦਾ ਹੀ ਕਹੂੰਗਾ, 95% ਬੱਚੇ ਜਿਹੜੇ ਹੈਗੇ ਨੇ ਚੇਂਜ ਕਰਦੇ ਨੇ। ਅਤੇ ਲੈਵਲ ਵੀ ਚੇਂਜ ਹੁੰਦਾ ਹੈ। ਹੁਣ ਮਾਸਟਰ 'ਚ ਆਏ ਨੇ, ਮਾਸਟਰ ਆਫ ਟੀਚਿੰਗ, ਮਾਸਟਰ ਆਫ ਨਰਸਿੰਗ, ਮਾਸਟਰ ਆਫ ਅਰਲੀ ਚਾਈਲਡਹੁੱਡ, ਮਾਸਟਰ ਆਫ ਸੋਸ਼ਲ ਵਰਕ, ਵੀ ਹਰ ਤਰੀਕੇ ਦੇ ਕੋਰਸਿਸ ਜਿਹੜੇ ਵੀ ਡਿਮਾਂਡ ਵਿੱਚ ਹੈਗੇ ਨੇ ਇੱਥੇ ਉਹਨਾਂ ਵਿੱਚ ਚੇਂਜ ਕਰ ਦਿੰਦੇ ਨੇ। ਬੈਚਲਰ ਵਾਲੇ ਬੱਚੇ ਟ੍ਰੇਡ ਕੋਰਸਿਸ ਲੈ ਦਿੰਦੇ ਨੇ, ਸੋਸ਼ਲ ਵਰਕ ਲੈ ਦਿੰਦੇ ਨੇ, ਨਰਸਿੰਗ ਹੈ, ਡਿਪਲੋਮਾ ਆਫ ਨਰਸਿੰਗ ਹੈਗਾ, ਅਤੇ ਬੈਚਲਰ ਆਫ ਅਰਲੀ ਚਾਈਲਡਹੁੱਡ ਐਜੂਕੇਸ਼ਨ ਆ ਗਿਆ, ਬੈਚਲਰ ਆਫ ਟੀਚਿੰਗ ਆ ਗਿਆ। ਯਾਨੀ ਕਿ ਬਹੁਤ ਕੋਰਸਿਸ ਐਸੇ ਨੇ ਜਿਹੜੇ ਕਿ ਬੱਚਿਆਂ ਨੂੰ ਸੂਟੇਬਲ ਹੈਗੇ ਡਿਮਾਂਡ ਵਿੱਚ। ਅਤੇ ਉਹ ਚੀਜ਼ਾਂ ਨੂੰ ਬੱਚਾ ਕਈ ਵਾਰੀ ਇੰਡੀਆ 'ਚ ਬੈਠੇ ਨਹੀਂ ਸੋਚਦਾ, ਅਤੇ ਕਈ ਵਾਰੀ ਉਹਦੇ ਰੈਲੇਵੈਂਸੀ ਵੀ ਨਹੀਂ ਬਣ ਰਹੀ ਹੁੰਦੀ। ਫਾਰ ਐਗਜ਼ਾਮਪਲ +2 ਬੱਚੇ ਨੇ ਮੈਡੀਕਲ 'ਚ ਕੀਤੀ ਹੈ ਅਤੇ ਹੁਣ ਟ੍ਰੇਡ ਕਰਨਾ ਚਾਹੁੰਦਾ, ਅਤੇ ਕਿੱਥੋਂ ਉਹਨੂੰ ਟ੍ਰੇਡ ਮਿਲੇਗਾ, ਇੱਥੋਂ ਵੀ ਨਹੀਂ ਕਰ ਸਕਦਾ। ਹੁਣ ਇੱਥੇ ਆ ਕੇ ਬੱਚਾ ਚੇਂਜ ਕਰ ਸਕਦਾ। ਅਤੇ ਇਹ ਸਾਰੀ ਚੀਜ਼ਾਂ ਦਾ ਬੱਚੇ ਨੂੰ ਟਾਈਮ ਮਿਲਦਾ ਇੱਥੇ ਪਹੁੰਚ ਕੇ, ਆਸਟ੍ਰੇਲੀਆ ਪਹੁੰਚ ਕੇ ਵੀ ਉਹਨੂੰ ਸਮਝਣ ਦਾ, ਉਹਨੂੰ ਦੇਖਣ ਦਾ, ਅਤੇ ਕਿਹੜੀ ਚੀਜ਼ਾਂ 'ਚ ਉਹਨੂੰ ਬੈਨੀਫਿਟ ਹੈ। ਜਿਹੜਾ ਉਹਦਾ ਟਾਈਮ ਅਗਰ ਡੈਫਰਮੈਂਟ ਦਾ ਹੈਗਾ ਵੀ ਹੈ 3-4 ਮਹੀਨੇ ਦਾ, ਉਹਦੇ ਕੋਲ 5 ਮਹੀਨੇ ਦਾ ਟਾਈਮ ਹੈਗਾ, ਅਤੇ ਇਹ ਚੀਜ਼ ਦਾ ਤੁਹਾਨੂੰ ਟਾਈਮ ਮਿਲੇਗਾ ਉਹ ਸਾਰੀਆਂ ਚੀਜ਼ਾਂ ਸਮਝਣ ਦਾ। ਅਤੇ ਉਹਦੇ ਨਾਲ ਤੁਹਾਡੇ ਜਿਹੜੇ ਪੈਸੇ ਹੈਗੇ ਨੇ, ਜਿਹੜੇ ਤੁਸੀਂ 6 ਮਹੀਨੇ ਦੀ ਫੀਸ ਭਰੀ, ਉਹ ਸਹੀ ਯੂਟੀਲਾਈਜੇਸ਼ਨ ਹੋ ਸਕਦੀ ਹੈ। ਅਗਰ ਸੇਮ ਕਾਲਜ ਯੂਨੀਵਰਸਿਟੀ 'ਚ ਜਿਹੜਾ ਕੋਰਸ ਡਿਮਾਂਡ ਵਿੱਚ ਉਹ ਵੀ ਅਵੇਲੇਬਲ ਹੈ, ਸਿਰਫ ਐਂਟਰੀ ਰਿਕੁਆਇਰਮੈਂਟਸ ਨਾਲ ਤੁਸੀਂ ਨਹੀਂ ਮੀਟ ਕਰ ਪਾ ਰਹੇ ਸੀਗੇ। ਅਤੇ ਹੁਣ ਅਗਰ ਬੱਚਾ ਕੋਈ +2 ਕਾਮਰਸ ਵਾਲਾ ਹੈਗਾ, ਬੈਚਲਰ ਬਿਜ਼ਨਸ 'ਚ ਆ ਗਿਆ, ਉਹਨੂੰ ਲੱਗਦਾ ਵੀ ਯਾਰ ਇਹਦੇ ਵਿੱਚ ਤਾਂ ਸੈਟਿੰਗ ਬਣਨੀ ਨਹੀਂ ਮੇਰੀ, ਵੀ ਹੁਣ ਮੈਂ ਅੱਗੇ ਕੁਛ ਹੋਰ ਅਰਲੀ ਚਾਈਲਡਹੁੱਡ ਕਰਦਾ ਜਾਂ ਮੈਂ ਸੋਸ਼ਲ ਵਰਕ ਕਰਦਾ। ਹੁਣ ਉਹਨੂੰ +2 ਦਾ ਬੱਚਾ ਕਾਮਰਸ ਵਾਲਾ, ਉਸਨੂੰ ਸੋਸ਼ਲ ਵਰਕ ਦਾ ਕੋਰਸ ਸਮਝਣਾ ਨਹੀਂ ਹੈਗਾ ਆਫਸ਼ੋਰ ਤੋਂ। ਹੁਣ ਆਸਟ੍ਰੇਲੀਆ ਪਹੁੰਚ ਕੇ ਉਹ ਕੀ ਕਰ ਸਕਦਾ, ਯੂਨੀਵਰਸਿਟੀ 'ਚ ਅਪਲਾਈ ਕਰ ਸਕਦਾ ਜੀ, ਮੈਂ ਇਸ ਕੋਰਸ 'ਚ ਆਇਆ ਸੀ, ਮੈਨੂੰ ਇਹਦੇ ਵਿੱਚ ਇੰਟਰਸਟ ਨਹੀਂ ਹੈਗਾ, ਤੁਸੀਂ ਮੈਨੂੰ ਇਹ ਚੇਂਜ ਕਰ ਦਿਓ। ਅਗਰ ਐਂਟਰੀ ਰਿਕੁਆਇਰਮੈਂਟ 'ਚ ਕੋਈ ਫਰਕ ਹੈਗਾ, ਫਾਰ ਐਗਜ਼ਾਮਪਲ IELTS-PT ਦਾ ਸਕੋਰ ਨਹੀਂ ਹੈਗਾ, ਉਹ ਉਨੀ ਦੇਰ 'ਚ ਦੇ ਕੇ ਦੁਬਾਰਾ ਦੇ ਕੇ ਉਹਦੇ 'ਚ ਕੋਰਸ ਲੈ ਸਕਦਾ। ਘੱਟੋ ਘੱਟ ਉਹ ਜਿਹੜੇ 6 ਮਹੀਨੇ ਦੇ ਪੈਸੇ ਉਹਦੇ ਖਰਾਬ ਹੋਣੇ ਸੀ ਉਹ ਬਚ ਜਾਂਦੇ ਨੇ, ਉਹ ਖਰਾਬ ਨਹੀਂ ਹੋ ਰਹੇ। ਉਹ ਸਹੀ ਯੂਟੀਲਾਈਜੇਸ਼ਨ ਨਾਲ ਅੱਗੇ ਉਹਦੀ ਪੜ੍ਹਾਈ ਅੱਗੇ ਕੰਟੀਨਿਊ ਹੋ ਸਕਦੀ ਹੈ। ਅਤੇ ਇਸ ਕਰਕੇ ਇਹ ਸਾਰੇ ਬੈਨੀਫਿਟਸ ਹੀ ਹੈਗੇ ਨੇ ਐਜ਼ ਕੰਪੇਅਰ ਟੂ ਕਿ ਜਲਦੀ ਫਾਈਲ ਲਗਾ ਕੇ ਰਿਜੈਕਟ ਕਰਾਉਣ ਦੇ। ਇਹ ਬੈਟਰ ਹੈ ਕਿ ਸਹੀ ਫਾਈਲ ਲੱਗ ਜੇ, ਜਿਹੜੇ ਡਾਕੂਮੈਂਟੇਸ਼ਨ ਤੁਹਾਡੇ ਕੋਲ ਸਹੀ ਨਹੀਂ ਹੈਗੀ ਉਹ ਠੀਕ ਹੋ ਜਾਏ, ਅਤੇ ਕੱਲ੍ਹ ਨੂੰ ਇੱਥੇ ਪਹੁੰਚ ਵੀ ਜਾਂਦੇ ਹੋ ਤੁਸੀਂ ਆਸਟ੍ਰੇਲੀਆ, ਅਤੇ ਇੱਥੇ ਆ ਕੇ ਵੀ ਕਾਫੀ ਚੀਜ਼ਾਂ ਤੁਸੀਂ ਚੇਂਜ ਕਰ ਸਕਦੇ ਹੋ ਬਿਫੋਰ ਯੂ ਸਟਾਰਟ ਯੋਰ ਕਲਾਸਿਸ ਇਨ ਫੈਬਰਰੀ। ਅਤੇ ਹੋਪਫੁਲੀ ਇਹ ਵੀਡੀਓ ਤੁਹਾਨੂੰ ਅੱਛਾ ਲੱਗਿਆ ਹੋਏਗਾ ਅਤੇ ਇਨਫੋਰਮੇਟਿਵ ਵੀ ਹੋਏਗਾ। ਅਤੇ ਅਗਰ ਕੋਈ ਵੀ ਕੁਐਸਚਨ ਤੁਹਾਡਾ ਰਹਿ ਗਿਆ ਹੋਏ ਇਸ ਕੁਐਸਚਨ 'ਚ, ਮੈਂ ਲਾਈਕ ਇਸ ਵੀਡੀਓ ਦੇ ਵਿੱਚ ਜਿਹੜਾ ਮੈਂ ਤੁਹਾਨੂੰ ਨਾ ਕਵਰ ਕਰ ਪਾਇਆ ਹਾਂ, ਜ਼ਰੂਰ ਤੁਸੀਂ ਕਮੈਂਟ ਕਰਿਓ। ਵੀਡੀਓ ਅੱਛਾ ਲੱਗਿਆ ਲਾਈਕ ਕਰਿਓ, ਵੀਡੀਓ ਨੂੰ ਸਬਸਕ੍ਰਾਈਬ ਕਰਿਓ ਅਤੇ ਸ਼ੇਅਰ ਕਰਿਓ ਸਾਡੇ ਵੀਡੀਓ ਨੂੰ, ਅਤੇ ਜਿਹਦੇ ਨਾਲ ਹੋਰਾਂ ਨੂੰ ਵੀ ਇਸ ਚੀਜ਼ ਦਾ ਬੈਨੀਫਿਟ ਮਿਲ ਸਕੇ। ਧੰਨਵਾਦ, ਸਤਿ ਸ਼੍ਰੀ ਅਕਾਲ।